ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੈਣਗੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕਰਵਾਏ ਜਾ ਰਹੇ ਸੰਮੇਲਨ ਵਿੱਚ ਹਿੱਸਾ। ਇਸ ਦੇ ਬਾਰੇ ਖਬਰਾਂ ਵਿੱਚ ਦੱਸਾਂਗੇ ਪੂਰੀ ਜਾਣਕਾਰੀ। ਜਸਟਿਨ ਟਰੂਡੋ ਨੇ ਅੱਜ ਡਿਊਕ ਆਫ ਐਡਿਨਬਰਗਸ ਇੰਟਰਨੈਸ਼ਨਲ ਅਵਾਰਡਸ ਦੇ ਵਾਸਤੇ ਕੈਨੇਡਾ ਵੱਲੋਂ ਐਲਾਨਿਆ $2 ਲੱਖ। ਪ੍ਰਿੰਸ ਫਿਲਿਪ ਦੀਆਂ ਆਖਰੀ ਰਸਮਾਂ ਕੀਤੀਆਂ ਗਈਆਂ ਅਦਾ। ਕੈਨੇਡਾ ਫੂਡ ਇੰਸਪੈਕਸ਼ਨ ਏਜੰਸੀ ਨੇ ਨੈਸਲੇ ਦੀ ਕਿਹੜੀ ਆਈਸਕ੍ਰੀਮ ਦੇ ਸੰਬੰਧੀ ਦਿੱਤੀ ਜਾਣਕਾਰੀ ਤੇ ਚੇਤਾਵਨੀ, ਦੱਸਾਂਗੇ ਖਬਰਾਂ ਵਿੱਚ। ਜਗਮੀਤ ਸਿੰਘ ਵੱਲੋਂ ਲਗਾਤਾਰ ਪੇਡ ਸਿਕ ਲੀਵ ਸੰਬੰਧੀ ਮੰਗ, ਇਸ ਦੇ ਲਈ ਇੱਕ ਪਟੀਸ਼ਨ ਤੇ ਦਸਤਖਤ ਵੀ ਲਏ ਜਾ ਰਹੇ ਨੇ। ਟਰੱਕ ਡਰਾਈਵਰਾਂ ਵੱਲੋਂ ਪੰਜਾਬੀ ਢਾਬਿਆਂ ਤੇ ਮਾੜੇ ਵਤੀਰੇ ਤੇ ਵਧੀਆ ਭੋਜਨ ਨਾ ਦੇਣ ਦੇ ਇਲਜ਼ਾਮ, ਤਾਂ ਕੈਨੇਡਾ ਅਮਰੀਕਾ ਵਿੱਚ ਫਰੀਵੇ ਦੇ ਉੱਤੇ ਢਾਬਿਆਂ ਦਾ 15 ਦਿਨ ਦੇ ਲਈ ਬਾਈਕਾਟ ਕਰਨ ਦਾ ਸੱਦਾ। ਕੈਲਗਰੀ ਵਿੱਚ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ, ਤਾਂ ਸਿਹਤ ਵਿਭਾਗ ਦੇ ਵੱਲੋਂ 4 ਜਿਮ ਬੰਦ ਕਰਨ ਦੇ ਹੁਕਮ। ਇਸ ਤਰ੍ਹਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਬਾਰੇ ਤੁਹਾਨੂੰ ਦੱਸਾਂਗੇ, ਜਿਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਜੋ ਸੰਮੇਲਨ ਕਰਵਾਇਆ ਜਾ ਰਿਹਾ ਹੈ ਕਲਾਈਮੇਟ ਨੂੰ ਲੈ ਕੇ, ਉਸ ਦੇ ਵਿੱਚ ਹਿੱਸਾ ਲੈਣ ਦੀ ਗੱਲ ਕਹੀ ਹੈ। ਜਿਨ੍ਹਾਂ ਦੇ ਵੱਲੋਂ ਇਸ ਦੇ ਬਾਰੇ ਜੋ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਇਸ ਸੰਮੇਲਨ ਦੇ ਬਾਰੇ ਜੋ ਦੱਸਿਆ ਗਿਆ ਹੈ ਉਹ ਤੁਹਾਨੂੰ ਦੱਸਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਜੋ ਕਲਾਈਮੇਟ ਨੂੰ ਲੈ ਕੇ ਸੰਮੇਲਨ ਕਰਵਾਇਆ ਜਾ ਰਿਹਾ ਹੈ ਅਪ੍ਰੈਲ 22 ਤੇ ਅਪ੍ਰੈਲ 23 ਨੂੰ, ਉਸ ਦੇ ਵਿੱਚ ਹਿੱਸਾ ਲੈਣਗੇ। ਵਾਤਾਵਰਣ ਸੰਬੰਧੀ ਇਹ ਵਰਚੁਅਲ ਸੰਮੇਲਨ ਕਰਵਾਇਆ ਜਾਵੇਗਾ, ਯਾਨੀ ਕਿ ਆਨਲਾਈਨ ਹੀ ਇਸ ਦੇ ਵਿੱਚ ਵੱਡੇ ਲੀਡਰ ਹਿੱਸਾ ਲੈਣਗੇ, ਜਿਸ ਦੇ ਵਿੱਚ ਵਾਤਾਵਰਣ ਨੂੰ ਲੈ ਕੇ ਲਏ ਜਾਣ ਵਾਲੇ ਫੈਸਲੇ ਤੇ ਵਾਤਾਵਰਣ ਨੂੰ ਤੰਦਰੁਸਤ ਤੇ ਵਧੀਆ ਬਣਾਉਣ ਦੇ ਵਾਸਤੇ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਹੋਵੇਗਾ। ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਵਚਨਬੱਧ ਹੈ ਕਿ ਉਹ ਅਮਰੀਕਾ ਦੇ ਨਾਲ ਮਿਲ ਕੇ ਕਲਾਈਮੇਟ ਨਾਲ ਸੰਬੰਧਿਤ ਅਜਿਹੇ ਕਦਮ ਚੁੱਕੇ ਜਿਸ ਦੇ ਨਾਲ ਨਵੀਆਂ ਨੌਕਰੀਆਂ ਵੀ ਆਉਣ ਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਮੌਕਾ ਵੀ ਮਿਲੇ ਤੇ ਦੋਨੇ ਦੇਸ਼ਾਂ ਨੂੰ ਇਸ ਨਾਲ ਫਾਇਦਾ ਹੋਵੇ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜ਼ਿਕਰ ਕੀਤਾ ਕਿ ਉਹ ਇਸ ਮੌਕੇ ਜਦੋਂ ਗੱਲਬਾਤ ਕਰਨਗੇ ਤਾਂ ਕਲਾਈਮੇਟ ਨਾਲ ਸੰਬੰਧਿਤ ਜੋ ਵੱਡੇ ਕਦਮ ਚੁੱਕੇ ਜਾ ਰਹੇ ਨੇ ਉਸ ਦੇ ਬਾਰੇ ਜ਼ਿਕਰ ਕੀਤਾ ਜਾਵੇਗਾ, ਜਿਸ ਦੇ ਵਿੱਚ ਜੋ ਕੈਨੇਡਾ ਦਾ ਪਲਾਨ ਹੈ ਕਿ ਤੰਦਰੁਸਤ ਵਾਤਾਵਰਣ ਤੇ ਤੰਦਰੁਸਤ ਆਰਥਿਕਤਾ, ਇਸ ਨੂੰ ਲੈ ਕੇ ਕਿਸ ਤਰ੍ਹਾਂ ਭਾਈਚਾਰਿਆਂ ਦੇ ਵਿੱਚ ਜ਼ਿੰਦਗੀ ਨੂੰ ਹੋਰ ਜ਼ਿਆਦਾ ਵਧੀਆ ਬਣਾਇਆ ਜਾ ਰਿਹਾ ਹੈ, ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾ ਰਹੀਆਂ ਨੇ ਤੇ ਸਾਫ਼ ਸੁਥਰਾ ਵਾਤਾਵਰਣ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਰੱਖੇ ਜਾਣ ਦੇ ਬਾਰੇ ਜੋ ਕਦਮ ਚੁੱਕੇ ਜਾ ਰਹੇ ਨੇ ਉਸ ਦੇ ਬਾਰੇ ਗੱਲਬਾਤ ਕੀਤੀ ਜਾਵੇਗੀ। ਇਸ ਦੇ ਵਿੱਚ ਕੈਨੇਡਾ ਦੇ ਵਾਤਾਵਰਣ ਮੰਤਰੀ ਜੋਨਾਥਨ ਵਿਲਕਿੰਸਨ ਵੀ ਭਾਗ ਲੈਣਗੇ, ਜਿਨ੍ਹਾਂ ਦੇ ਵੱਲੋਂ ਵੀ ਕਲਾਈਮੇਟ ਐਕਸ਼ਨ ਦੇ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਇਸ ਦੌਰਾਨ ਇਹ ਜ਼ਿਕਰ ਕੀਤਾ ਜਾਵੇਗਾ ਕਿ ਸਭ ਦੇ ਵੱਲੋਂ ਇਕੱਠਿਆਂ ਮਿਲ ਕੇ ਕਿਸ ਤਰ੍ਹਾਂ ਵਾਤਾਵਰਣ ਨੂੰ ਵਧੀਆ ਬਣਾਇਆ ਜਾ ਸਕਦਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਬਚਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਦੁਪਹਿਰ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੱਖੋ-ਵੱਖਰੇ ਪ੍ਰੀਮੀਅਰਸ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਦਰਅਸਲ ਓਨਟਾਰੀਓ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਜੋ ਕਾਫੀ ਜ਼ਿਆਦਾ ਇਸ ਸਮੇਂ ਵੱਧ ਗਈ ਹੈ, ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਦੇ ਵੱਲੋਂ ਪ੍ਰੀਮੀਅਰਸ ਦੇ ਨਾਲ ਇਸ ਸੰਬੰਧੀ ਚਰਚਾ ਕੀਤੀ ਗਈ ਤੇ ਇਸ ਉੱਤੇ ਕੀ ਕਦਮ ਚੁੱਕੇ ਜਾ ਸਕਦੇ ਨੇ, ਇਸ ਦੇ ਬਾਰੇ ਗੱਲਬਾਤ ਕੀਤੀ ਗਈ ਤੇ ਇਸ ਦੌਰਾਨ ਦੀ ਤਸਵੀਰ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਂਝੀ ਕੀਤੀ। ਇੱਥੋਂ ਦੱਸੇ ਕਿ ਓਨਟਾਰੀਓ ਦੇ ਵਿੱਚ ਜਿਵੇਂ ਕਿ ਪਹਿਲਾ ਫੈਸਲਾ ਲਿਆ ਗਿਆ ਸੀ ਕਿ ਪੁਲਿਸ ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਕਿ ਜਿਹੜੇ ਵੀ ਲੋਕ ਘਰਾਂ ਤੋਂ ਬਾਹਰ ਘੁੰਮ ਰਹੇ ਹੋਣਗੇ, ਜਿਵੇਂ ਕਿ ਸਟੇ ਐਟ ਹੋਮ ਆਰਡਰ ਉੱਥੇ ਜਾਰੀ ਨੇ, ਤਾਂ ਉਹਨਾਂ ਲੋਕਾਂ ਨੂੰ ਪੁਲਿਸ ਅਧਿਕਾਰੀ ਪੁੱਛ ਸਕਦੇ ਨੇ ਕਿ ਉਹ ਕਿਹੜੇ ਕੰਮ ਲਈ ਬਾਹਰ ਆਏ ਹੋਏ ਨੇ। ਪਰ ਇਸ ਦਾ ਬਹੁਤ ਜ਼ਿਆਦਾ ਵਿਰੋਧ ਹੋਣ ਤੋਂ ਬਾਅਦ ਇਹ ਫੈਸਲਾ ਵਾਪਸ ਲੈ ਲਿਆ ਗਿਆ। ਤਾਂ ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਜੋ ਪ੍ਰਿੰਸ ਫਿਲਿਪ ਦੀ ਜਦੋਂ ਆਖਰੀ ਰਸਮਾਂ ਅਦਾ ਕੀਤੀਆਂ ਗਈਆਂ ਉਸ ਤੋਂ ਬਾਅਦ ਐਲਾਨ ਕੀਤਾ, ਜਿਨ੍ਹਾਂ ਦੇ ਵੱਲੋਂ ਇਸ ਐਲਾਨ ਦੇ ਵਿੱਚ ਜੋ ਉਹਨਾਂ ਦੇ ਨਾਮ ਦੇ ਉੱਤੇ ਅਵਾਰਡ ਹੈ ਉਸ ਦੇ ਲਈ ਡੋਨੇਸ਼ਨ ਦੇ ਬਾਰੇ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਕੈਨੇਡਾ ਦੇ ਵੱਲੋਂ ਡਿਊਕ ਆਫ ਐਡਿਨਬਰਗਸ ਇੰਟਰਨੈਸ਼ਨਲ ਅਵਾਰਡ ਦੇ ਵਾਸਤੇ $2 ਲੱਖ ਦਾ ਦਾਨ ਕੀਤਾ ਜਾਵੇਗਾ, ਜਿਸ ਨੂੰ ਕਿ ਪ੍ਰਿੰਸ ਫਿਲਿਪ ਦੇ ਵਾਸਤੇ ਸ਼ਰਧਾਂਜਲੀ ਦੇ ਵਜੋਂ ਦਿੱਤਾ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਬਾਰੇ ਜਾਣਕਾਰੀ ਉਸ ਤੋਂ ਬਾਅਦ ਦਿੱਤੀ ਜਦੋਂ ਪ੍ਰਿੰਸ ਫਿਲਿਪ ਦੀਆਂ ਆਖਰੀ ਰਸਮਾਂ ਅੱਜ ਸਵੇਰੇ ਅਦਾ ਕੀਤੀਆਂ ਗਈਆਂ। ਜਦੋਂ ਅਧਿਕਾਰਤ ਤੌਰ ਦੇ ਉੱਤੇ ਇਹ ਰਸਮਾਂ ਚੱਲ ਰਹੀਆਂ ਸਨ ਤਾਂ ਰਾਣੀ ਐਲਿਜ਼ਾਬੈਥ ਨੂੰ ਵੱਖਰੇ ਤੌਰ ਤੇ ਬੈਠੇ ਹੋਏ ਦੇਖਿਆ ਗਿਆ, ਜੋ ਕਿ ਪ੍ਰਿੰਸ ਫਿਲਿਪ ਦੇ ਚਲੇ ਜਾਣ ਦੇ ਉੱਤੇ ਦੁਖੀ ਸਨ। ਕੁਈਨ ਐਲਿਜ਼ਾਬੈਥ ਦੇ ਨਾਲ 73 ਸਾਲ ਦਾ ਪ੍ਰਿੰਸ ਫਿਲਿਪ ਦਾ ਸਾਥ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਪ੍ਰਿੰਸ ਫਿਲਿਪ ਦੇ ਵੱਲੋਂ ਜੋ ਕੰਮ ਕੀਤੇ ਗਏ ਤੇ ਯੋਗਦਾਨ ਪਾਇਆ ਗਿਆ ਉਸ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਦਲੀਆਂ ਨੇ ਦੁਨੀਆ ਭਰ ਦੇ ਵਿੱਚ, ਖਾਸ ਤੌਰ ਦੇ ਉੱਤੇ
ਨੌਜਵਾਨ ਵਿਅਕਤੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਦਾਨ ਕੈਨੇਡੀਅਨ ਬ੍ਰਾਂਚ ਨੂੰ ਜਾਵੇਗਾ, ਜੋ ਕਿ ਡਿਊਕ ਆਫ ਐਡਿਨਬਰਗ ਇੰਟਰਨੈਸ਼ਨਲ ਅਵਾਰਡ ਹੈ, ਜੋ ਭਵਿੱਖ ਵਿੱਚ ਅਗਲੀਆਂ ਪੀੜ੍ਹੀਆਂ ਦੀ ਕਾਮਯਾਬੀ ਦੇ ਲਈ ਹੋਵੇਗਾ। ਇਸ ਦੌਰਾਨ ਜਸਟਿਨ ਟਰੂਡੋ ਨੇ ਵੀ ਕਿਹਾ ਕਿ ਉਹ ਕੈਨੇਡਾ ਦੇ ਨੌਜਵਾਨਾਂ ਨੂੰ ਇਸ ਵਾਸਤੇ ਪ੍ਰੇਰਿਤ ਕਰਦੇ ਨੇ ਕਿ ਉਹ ਡਿਊਕ ਆਫ ਐਡਿਨਬਰਗਸ ਇੰਟਰਨੈਸ਼ਨਲ ਅਵਾਰਡ ਦੇ ਬਾਰੇ ਹੋਰ ਜ਼ਿਆਦਾ ਜਾਣਨ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਆਪਣਾ ਗੁਣ ਹੋਰ ਜ਼ਿਆਦਾ ਨਿਖਾਰਨਾ ਚਾਹੁੰਦਾ ਹੈ, ਭਾਈਚਾਰੇ ਦੇ ਲਈ ਕੁਝ ਕਰਨਾ ਚਾਹੁੰਦਾ ਹੈ ਤੇ ਕੁਝ ਹੋਰ ਵਧੀਆ ਕਰਨਾ ਚਾਹੁੰਦਾ ਹੈ, ਤਾਂ ਇਹ ਪ੍ਰੋਗਰਾਮ ਇੱਕ ਵਧੀਆ ਮੌਕਾ ਹੈ ਜੋ ਕਿ ਗਲੋਬਲ ਪੱਧਰ ਦਾ ਹੈ। ਜਿਵੇਂ ਕਿ ਅੱਜ ਪ੍ਰਿੰਸ ਫਿਲਿਪ ਦੀਆਂ ਆਖਰੀ ਰਸਮਾਂ ਅਦਾ ਕੀਤੀਆਂ ਗਈਆਂ ਨੇ, ਤਾਂ ਇਸ ਮੌਕੇ ਦੁਨੀਆ ਭਰ ਤੋਂ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਤਾਂ ਉਧਰ ਜਿਵੇਂ ਕਿ ਕੋਵਿਡ-19 ਦੇ ਲੈ ਕੇ ਵੱਖਰੇ ਪ੍ਰੋਗਰਾਮ ਸ਼ੁਰੂ ਕੀਤੇ ਗਏ, ਕੈਨੇਡਾ ਵਾਸੀਆਂ ਨੂੰ ਜੋ ਮਦਦ ਦਿੱਤੀ ਜਾ ਰਹੀ ਹੈ, ਜਿਸ ਦੇ ਵਿੱਚ ਪਹਿਲਾਂ CERB, ਫਿਰ CRB ਤੇ ਜੋ ਹੁਣ ਸਿਕਨੈਸ ਬੈਨੀਫਿਟ ਹੈ ਜਾਂ ਫਿਰ ਹੋਰ ਵੀ ਜਿਹੜੇ ਬੈਨੀਫਿਟ ਦਿੱਤੇ ਜਾ ਰਹੇ ਨੇ, ਫਿਰ ਬੇਸ਼ੱਕ ਉਹ ਵਪਾਰੀਆਂ ਦੇ ਵਾਸਤੇ ਹੋਣ ਜਾਂ ਕਾਮਿਆਂ ਦੇ ਵਾਸਤੇ, ਕੋਵਿਡ-19 ਨੂੰ ਲੈ ਕੇ ਜੋ ਫੈਸਲੇ ਲਏ ਗਏ, ਉਸ ਲਈ ਸ਼ੁਰੂ ਤੋਂ ਹੀ ਜਗਮੀਤ ਸਿੰਘ ਦੇ ਵੱਲੋਂ ਇੱਕ ਖਾਸ ਮੰਗ ਰੱਖੀ ਜਾ ਰਹੀ ਹੈ ਕਿ ਪੇਡ ਸਿਕ ਲੀਵ ਦੇ ਵਾਸਤੇ ਫੈਸਲਾ ਲਿਆ ਜਾਵੇ ਕਿ ਜਿਹੜੇ ਵੀ ਵਿਅਕਤੀ ਜੇਕਰ ਬਿਮਾਰ ਹੋਣ ਤਾਂ ਉਹ ਘਰ ਰਹਿਣ, ਤਾਂ ਉਹਨਾਂ ਨੂੰ ਜੋ ਛੁੱਟੀ ਮਿਲੇ ਉਸ ਦੌਰਾਨ ਵੀ ਤਨਖਾਹ ਮਿਲਦੀ ਰਹੇ। ਇਸ ਨੂੰ ਲੈ ਕੇ ਜਗਮੀਤ ਸਿੰਘ ਦੇ ਵੱਲੋਂ ਜੋ ਮੰਗ ਕੀਤੀ ਜਾ ਰਹੀ ਹੈ, ਉਸ ਦੇ ਬਾਰੇ ਹੁਣ ਉਹਨਾਂ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ। NDP ਦੇ ਵੱਲੋਂ ਇਹ ਪਟੀਸ਼ਨ ਸ਼ੁਰੂ ਕੀਤੀ ਗਈ ਹੈ, ਜਿਸ ਦੇ ਵਿੱਚ ਤੁਸੀਂ ਆਪਣਾ ਨਾਮ ਤੇ ਪੋਸਟਲ ਕੋਡ ਲਿਖ ਸਕਦੇ ਹੋ ਤੇ ਉਸ ਤੋਂ ਬਾਅਦ ਜੋ ਇਸ ਵਿੱਚ ਹਿੱਸਾ ਲੈ ਸਕਦੇ ਹੋ, ਸਾਈਨ ਕਰ ਸਕਦੇ ਹੋ ਕਿ ਤੁਸੀਂ ਵੀ ਇਹ ਮੰਗ ਕਰਦੇ ਹੋ ਕਿ ਪੇਡ ਸਿਕ ਲੀਵ ਦੇ ਵਾਸਤੇ ਫੈਸਲਾ ਲਿਆ ਜਾਵੇ, ਜਿਸ ਨੂੰ ਲੈ ਕੇ ਜਗਮੀਤ ਸਿੰਘ ਦੇ ਵੱਲੋਂ ਜਦੋਂ ਸ਼ੁਰੂ ਤੋਂ ਇਸ ਸੰਬੰਧੀ ਮੰਗ ਕੀਤੀ ਜਾਂਦੀ ਆ ਰਹੀ ਹੈ, ਤਾਂ ਇਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਸਮਰਥਨ ਨਾ ਦਿੱਤੇ ਜਾਣ ਦੀ ਗੱਲ ਕਹੀ ਜਾਂਦੀ ਹੈ, ਤਾਂ ਉਸ ਦੇ ਉੱਤੇ ਜਗਮੀਤ ਸਿੰਘ ਦੇ ਵੱਲੋਂ ਲਿਬਰਲਸ ਨੂੰ ਨਿਸ਼ਾਨਾ ਵੀ ਧਾਰਿਆ ਗਿਆ। ਇਸ ਨੂੰ ਲੈ ਕੇ ਜੋ ਪੇਡ ਸਿਕ ਲੀਵ ਹੈ ਕਿ ਜਦੋਂ ਵੀ ਕੋਈ ਕਾਮਾ ਬਿਮਾਰ ਮਹਿਸੂਸ ਕਰ ਰਿਹਾ ਹੋਵੇ, ਉਸ ਨੂੰ ਇਸ ਕਰਕੇ ਮਜਬੂਰਨ ਕੰਮ ਦੇ ਉੱਤੇ ਨਾ ਜਾਣਾ ਪਵੇ ਕਿ ਜੇਕਰ ਉਹ ਘਰ ਬੈਠ ਗਿਆ ਤਾਂ ਉਸ ਸਮੇਂ ਉਸ ਨੂੰ ਤਨਖਾਹ ਨਹੀਂ ਮਿਲੇਗੀ, ਸਗੋਂ ਜੇਕਰ ਉਹ ਬਿਮਾਰ ਮਹਿਸੂਸ ਕਰ ਰਿਹਾ ਤਾਂ ਉਹ ਪੇਡ ਸਿਕ ਲੀਵ ਲੈ ਸਕਦਾ ਹੈ ਕਿ ਉਹ ਬਿਮਾਰ ਹੋਣ ਦੇ ਉੱਤੇ ਘਰ ਰਹੇ ਤੇ ਉਸ ਨੂੰ ਉਸ ਮੌਕੇ ਦੀ ਤਨਖਾਹ ਵੀ ਮਿਲੇਗੀ। ਇਸ ਨੂੰ ਲੈ ਕੇ ਜੋ ਜਗਮੀਤ ਸਿੰਘ ਦੇ ਵੱਲੋਂ ਇਹ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਹੁਣ ਤੁਹਾਨੂੰ ਦੱਸਾਂਗੇ, ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਜੋ ਜਾਣਕਾਰੀ ਜਾਰੀ ਕੀਤੀ ਹੈ, ਨੈਸਲੇ ਦੀ ਇੱਕ ਆਈਸਕ੍ਰੀਮ ਹੈ ਜਿਸ ਦੇ ਉੱਤੇ ਨਾਨ ਡੇਅਰੀ ਤਾਂ ਲਿਖਿਆ ਹੋਇਆ, ਪਰ ਉਸ ਦੇ ਵਿੱਚ ਦੁੱਧ ਦੀ ਮੌਜੂਦਗੀ ਹੋ ਸਕਦੀ ਹੈ। ਇਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਕੈਨੇਡਾ ਦੀ ਫੂਡ ਇੰਸਪੈਕਸ਼ਨ ਏਜੰਸੀ ਨੇ ਨੈਸਲੇ ਬ੍ਰਾਂਡ ਦੀ ਆਈਸਕ੍ਰੀਮ ਹੈ ਇੱਕ, ਉਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ, ਜਿਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਨੈਸਲੇ ਕੈਨੇਡਾ ਇਨਕੋਰਪੋਰੇਸ਼ਨ ਕੰਪਨੀ ਦੇ ਵੱਲੋਂ ਜੋ ਨੈਸਲੇ ਬ੍ਰਾਂਡ ਦੇ ਅਧੀਨ ਡਰਮਸਟਿਕ ਕੈਰਮਲ ਨਾਨ ਡੇਅਰੀ ਫਰੋਜ਼ਨ ਡਿਜ਼ਰਟ ਕੋਨਸ ਤੇ ਡਰਮਸਟਿਕ ਵੈਨੀਲਾ ਚਾਕਲੇਟ ਸਵਰਲ ਨਾਨ ਡੇਅਰੀ ਫਰੋਜ਼ਨ ਡਿਜ਼ਰਟ ਕੋਨਸ ਮਾਰਕੀਟ ਦੇ ਵਿੱਚ ਵੇਚੀਆਂ ਜਾ ਰਹੀਆਂ ਸਨ, ਉਹ ਵਾਪਸ ਮੰਗਵਾਈਆਂ ਗਈਆਂ ਨੇ ਕਿਉਂਕਿ ਉਸ ਦੇ ਵਿੱਚ ਦੁੱਧ ਦੀ ਮੌਜੂਦਗੀ ਹੋ ਸਕਦੀ ਹੈ, ਪਰ ਇਹ ਉਸ ਦੇ ਲੇਬਲ ਦੇ ਉੱਤੇ ਨਹੀਂ ਲਿਖਿਆ ਹੋਇਆ, ਜਿਸ ਦੇ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਨੂੰ ਵੀ ਦੁੱਧ ਤੋਂ ਐਲਰਜੀ ਹੋਵੇ ਉਹਨਾਂ ਦੇ ਵਾਸਤੇ ਇਹ ਪ੍ਰੋਡਕਟ ਹਾਨੀਕਾਰਕ ਸਾਬਤ ਹੋ ਸਕਦਾ ਹੈ ਜੇਕਰ ਉਹ ਇਸ ਦੀ ਵਰਤੋਂ ਕਰਦੇ ਨੇ, ਜਿਸ ਦੇ ਵਾਸਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਨੈਸਲੇ ਦੇ ਜੋ ਡਰਮਸਟਿਕ ਕੈਰਮਲ ਨਾਨ ਡੇਅਰੀ ਫਰੋਜ਼ਨ ਡਿਜ਼ਰਟ ਕੋਨਸ ਨੇ, ਉਹਨਾਂ ਦਾ ਜੋ ਸਾਈਜ਼ ਹੈ ਉਹ 4x120 ml ਹੈ, ਜਿਸ ਦਾ UPC ਹੈ 055000383837 ਤੇ ਉਸ ਤੋਂ ਬਾਅਦ ਜਿਹੜਾ ਦੂਜਾ ਪ੍ਰੋਡਕਟ ਉਹ ਵੀ ਨੈਸਲੇ ਦਾ ਹੀ ਹੈ, ਡਰਮਸਟਿਕ ਵੈਨੀਲਾ ਚਾਕਲੇਟ ਸਵਰਲ ਨਾਨ ਡੇਅਰੀ ਫਰੋਜ਼ਨ ਡਿਜ਼ਰਟ ਕੋਨਸ, ਜਿਸ ਦਾ ਸਾਈਜ਼ ਵੀ 4x120 ml ਹੈ ਤੇ ਉਸ ਦਾ ਵੀ UPC ਹੈ 055000383844। ਇਸ ਦੇ ਵਾਸਤੇ ਅਧਿਕਾਰੀਆਂ ਨੇ ਕਿਹਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਦੇਖ ਸਕਦੇ ਹੋ, ਜੇਕਰ ਤੁਸੀਂ ਇਹ ਪ੍ਰੋਡਕਟ ਖਰੀਦ ਕੇ ਲਿਆਏ ਹੋ ਤੇ ਤਾਂ ਇਸ ਦੀ ਵਰਤੋਂ ਨਾ ਕੀਤੀ ਜਾਵੇ, ਖਾਸ ਤੌਰ ਦੇ ਉੱਤੇ ਜੇਕਰ ਤੁਹਾਨੂੰ ਦੁੱਧ ਤੋਂ ਐਲਰਜੀ ਹੈ ਤਾਂ ਉਹਨਾਂ ਦੇ ਵਾਸਤੇ ਹਾਨੀਕਾਰਕ ਹੋ ਸਕਦਾ ਹੈ, ਜਿਸ ਦਾ ਕਾਫੀ ਗੰਭੀਰ ਰਿਐਕਸ਼ਨ ਹੋ ਸਕਦਾ ਹੈ ਜੋ ਜਾਨਲੇਵਾ ਵੀ ਹੋ ਸਕਦਾ ਹੈ, ਜਿਸ ਦੇ ਕਰਕੇ ਅਧਿਕਾਰੀਆਂ ਨੇ ਇਸ ਦੇ ਬਾਰੇ ਜਦੋਂ ਜਾਣਕਾਰੀ ਜਾਰੀ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਤਸਵੀਰਾਂ ਵੀ ਦੋ ਸਾਂਝੀਆਂ ਕਰ ਰਹੇ ਨੇ। ਇਸ ਪ੍ਰੋਡਕਟ ਦੇ ਉੱਤੇ ਨਾਨ ਡੇਅਰੀ ਲਿਖਿਆ ਹੋਇਆ ਹੈ, ਪਰ ਇਸ ਦੇ ਵਿੱਚ ਦੁੱਧ ਦੀ ਮੌਜੂਦਗੀ ਹੋ ਸਕਦੀ ਹੈ। ਅਗਲੀ ਖਬਰ ਹੈ ਕੈਲਗਰੀ ਤੋਂ। ਕੈਲਗਰੀ ਦੇ ਵਿੱਚ 4 ਜਿਮ ਬੰਦ ਕਰਨ ਦਾ ਐਲਾਨ ਅਧਿਕਾਰੀਆਂ ਦੇ ਵੱਲੋਂ ਕੀਤਾ ਗਿਆ। ਦਰਅਸਲ ਕੋਵਿਡ-19 ਨੂੰ ਲੈ ਕੇ ਜਿਹੜੀਆਂ ਹਦਾਇਤਾਂ ਲਾਈਆਂ ਗਈਆਂ, ਉਹਨਾਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਨੇ, ਜਿਸ ਤਹਿਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਸਵੈਟ ਸਾਇੰਸ ਬਾਕਸਿੰਗ ਜੋ ਇਹ ਜਿਮ ਹੈ ਇਹ ਬੰਦ ਕੀਤਾ ਹੈ ਤੇ ਨਾਲ ਹੀ 3 ਗੋਲਡ ਦੇ ਜਿਮ ਨੇ ਜਿਹੜੇ ਕਿ ਬੰਦ ਕੀਤੇ ਗਏ ਨੇ, ਜਿਸ ਦੇ ਵਿੱਚ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਸੀ, ਜਿਸ ਦੇ ਵਿੱਚ ਜੋ ਕੋਵਿਡ-19 ਨੂੰ ਲੈ ਕੇ ਕਿਹਾ ਗਿਆ ਹੈ ਕਿ ਮਾਸਕ ਲਾਉਣੇ ਨੇ ਤੇ ਇੱਕ ਦੂਜੇ ਤੋਂ ਵਿੱਥ ਬਣਾ ਕੇ ਰੱਖਣੀ ਹੈ ਤੇ ਹੋਰ ਜਿੰਨੀਆਂ ਵੀ ਹਦਾਇਤਾਂ ਨੇ ਉਹਨਾਂ ਦੇ ਵਿੱਚੋਂ ਕਈ ਹਦਾਇਤਾਂ ਦੀ ਉਲੰਘਣਾ ਇਹਨਾਂ ਦੇ ਵੱਲੋਂ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਨੇ ਜੋ ਇਹ ਜਿਮ ਬੰਦ ਕਰ ਦਿੱਤੇ।
ਅੱਗੇ ਤੁਹਾਨੂੰ ਦੱਸਾਂਗੇ ਕਿ ਸਰੀ ਤੋਂ MP ਰਣਦੀਪ ਸਰਾਏ ਨੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਕਿ ਉਹ ਸੰਦੇਸ਼ ਪੜ੍ਹ ਰਹੇ ਨੇ। ਦਰਅਸਲ ਉਹਨਾਂ ਦੇ ਵੱਲੋਂ ਸਵਾਲ ਪੁੱਛੇ ਗਏ ਸੀ ਸਰੀ ਸੈਂਟਰ ਖੇਤਰ ਤੋਂ ਲੋਕਾਂ ਦੇ ਵੱਲੋਂ ਕਿ ਉਹ ਆਪਣੇ ਖੇਤਰ ਦੇ ਵਿੱਚ ਕਿਹੜੀਆਂ ਮੁੱਖ 3 ਮੰਗਾਂ ਨੇ ਜੋ ਉਹਨਾਂ ਦੀ ਮੰਗ ਕਰਦੇ ਨੇ ਤੇ ਕਿਹੜੀਆਂ 3 ਚੀਜ਼ਾਂ ਨੇ ਜਿਹੜੀਆਂ ਉਹ ਆਪਣੇ ਖੇਤਰ ਦੇ ਵਿੱਚ ਚਾਹੁੰਦੇ ਨੇ ਤੇ ਮੁੱਖ ਤੌਰ ਦੇ ਉੱਤੇ, ਜਿਸ ਨੂੰ ਲੈ ਕੇ ਜਦੋਂ ਉਹਨਾਂ ਨੇ ਸੰਦੇਸ਼ ਲਿਖੇ ਤੇ ਜਦੋਂ MP ਰਣਦੀਪ ਸਰਾਏ ਦੇ ਕੋਲ ਇਹ ਪਹੁੰਚੇ ਤਾਂ ਉਹਨਾਂ ਨੇ ਉਸ ਦਾ ਸੰਦੇਸ਼ ਨੇ ਜਿਹੜੇ ਉਹ ਪੜ੍ਹੇ ਨੇ ਤੇ ਉਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਦੇ ਕੋਲ ਉਹ ਸੰਦੇਸ਼ ਪਹੁੰਚੇ ਨੇ ਸਰੀ ਵਾਸੀਆਂ ਦੇ, ਜੋ ਸਰੀ ਸੈਂਟਰ ਖੇਤਰ ਦੇ ਨਿਵਾਸੀ ਨੇ, ਜਿੱਥੋਂ ਦੇ ਰਣਦੀਪ ਸਰਾਏ MP ਨੇ। ਪਹਿਲ ਦੇ ਆਧਾਰ ਦੇ ਉੱਤੇ ਜਿਹੜੀਆਂ ਚੀਜ਼ਾਂ ਦੀ ਮੰਗ ਕੀਤੀ ਜਾ ਰਹੀ ਹੈ ਉੱਥੋਂ ਦੇ ਨਿਵਾਸੀਆਂ ਦੇ ਵੱਲੋਂ, ਉਸ ਦੇ ਬਾਰੇ ਉਹਨਾਂ ਚਿੱਠੀਆਂ ਦੇ ਵਿੱਚ ਜਾਣਕਾਰੀ ਪੜ੍ਹੀ। ਇਸ ਤਰ੍ਹਾਂ ਲਈ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਸੋਸ਼ਲ ਮੀਡੀਆ ਦੇ ਉੱਤੇ ਕਈ ਦਿਨ ਤੋਂ ਕੁਝ ਵੀਡੀਓਜ਼ ਤੇ ਪੋਸਟਰ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਜੋ ਟਰੱਕਰਸ ਨੇ, ਟਰੱਕ ਡਰਾਈਵਰ ਨੇ, ਉਹਨਾਂ ਦੇ ਵੱਲੋਂ ਇੱਥੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ 15 ਅਪ੍ਰੈਲ ਤੋਂ 30 ਅਪ੍ਰੈਲ ਤੱਕ 15 ਦਿਨ ਦੇ ਵਾਸਤੇ ਫ੍ਰੀਵੇ ਦੇ ਉੱਤੇ ਜੋ ਪੰਜਾਬੀ ਢਾਬੇ, ਕਈ ਜਗ੍ਹਾ ਉਹਨਾਂ ਨੂੰ ਪੰਜਾਬੀ ਢਾਬੇ ਲਿਖਿਆ ਗਿਆ, ਕਈ ਜਗ੍ਹਾ ਇੰਡੀਅਨ ਰੈਸਟੋਰੈਂਟ ਲਿਖਿਆ ਗਿਆ, ਉਹਨਾਂ ਦਾ ਬਾਈਕਾਟ ਕੀਤਾ ਜਾਵੇ। ਜਿਸ ਦੇ ਵਿੱਚ ਟਰੱਕ ਡਰਾਈਵਰਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਜਦੋਂ ਤੋਂ ਉਹਨਾਂ ਨੇ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਤਾਂ ਆਪਣੀ ਗਲਤੀ ਨੂੰ ਸੁਧਾਰਨ ਦੀ ਬਜਾਏ ਸਗੋਂ ਉਹਨਾਂ ਢਾਬਿਆਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਦੇ ਨਾਲ। ਅਜਿਹੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਤੇ ਯੂਨਾਈਟਿਡ ਟਰੱਕਰਸ ਵੱਲੋਂ ਵੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਸੋਸ਼ਲ ਮੀਡੀਆ 'ਚ ਜਦੋਂ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਕਈ ਥਾਵਾਂ ਦੇ ਉੱਤੇ ਖਰਾਬ ਭੋਜਨ, ਕਿ ਉਹਨਾਂ ਨੂੰ ਤਾਜ਼ਾ ਭੋਜਨ ਨਹੀਂ ਦਿੱਤਾ ਜਾਂਦਾ ਤੇ ਜੋ ਰੈਸਟ ਰੂਮ ਨੇ, ਜਿਵੇਂ ਕਿ ਉਹ ਲੰਮਾ ਸਫ਼ਰ ਕਰਕੇ ਆਉਂਦੇ ਨੇ ਤਾਂ ਉਹ ਸਾਫ਼ ਸੁਥਰੇ ਹੋਣ ਤਾਂ ਉਸ ਦੇ ਵਾਸਤੇ ਵੀ ਉਹ ਸਾਫ਼ ਸਫਾਈ ਉੱਥੇ ਜ਼ਿਆਦਾ ਨਹੀਂ ਹੁੰਦੀ, ਜਿਸ ਕਰਕੇ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਭੋਜਨ ਆ ਉਹ ਮਹਿੰਗਾ ਵੀ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੇਸ਼ੱਕ ਉਹ ਮਹਿੰਗਾ ਹੋਵੇ ਭੋਜਨ, ਪਰ ਘੱਟੋ ਘੱਟ ਉਹ ਤਾਜ਼ਾ ਤਾਂ ਹੋਵੇ ਤਾਂ ਕਿ ਉਹਨਾਂ ਦੀ ਸਿਹਤ ਉਸ ਦੇ ਨਾਲ ਨਾ ਵਿਗੜੇ। ਤੇ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੋ ਖਰਾਬ ਜਾਂ ਫਿਰ ਜੋ ਤਾਜ਼ਾ ਭੋਜਨ ਨਹੀਂ ਹੁੰਦਾ ਉਹ ਉਹਨਾਂ ਨੂੰ ਦਿੱਤਾ ਜਾਂਦਾ ਹੈ, ਜਿਸ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵੱਲੋਂ ਸਾਂਝੀਆਂ ਵੀ ਕੀਤੀਆਂ ਗਈਆਂ ਨੇ। ਤੇ ਇਸ ਦੇ ਨਾਲ ਹੀ ਉਹਨਾਂ ਨੇ ਇੱਥੇ ਵੀ ਮੰਗ ਕੀਤੀ ਹੈ ਕਿ ਜੋ ਉਹਨਾਂ ਨਾਲ ਵਤੀਰਾ ਹੈ ਉਹ ਚੰਗਾ ਨਹੀਂ ਕੀਤਾ ਜਾਂਦਾ, ਜਿਸ ਕਰਕੇ ਉਹਨਾਂ ਦੇ ਵੱਲੋਂ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਵੱਖੋ ਵੱਖਰੇ ਪੋਸਟਰ ਸਾਂਝੇ ਕੀਤੇ ਜਾ ਰਹੇ ਨੇ ਟਰੱਕ ਡਰਾਈਵਰਸ ਦੇ ਵੱਲੋਂ ਤੇ ਨਾਲ ਹੀ ਟਰੱਕ ਡਰਾਈਵਰਸ ਤੋਂ ਸਮਰਥਨ ਦੀ ਮੰਗ ਕੀਤੀ ਜਾ ਰਹੀ ਹੈ। ਤੇ ਕੈਨੇਡਾ ਤੋਂ ਅਮਰੀਕਾ ਜਾਂ ਅਮਰੀਕਾ ਤੋਂ ਕੈਨੇਡਾ ਆਉਂਦੇ ਨੇ ਤਾਂ ਰਾਹ ਦੇ ਵਿੱਚ ਜਿਹੜੇ ਫ੍ਰੀਵੇ ਦੇ ਉੱਤੇ ਢਾਬੇ ਆਉਂਦੇ ਨੇ, ਉਹਨਾਂ ਢਾਬਿਆਂ ਦੀਆਂ ਸ਼ਿਕਾਇਤਾਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਕਿਉਂਕਿ ਲੰਮਾ ਸਫ਼ਰ ਕਰਕੇ ਉੱਥੇ ਉਹ ਪਹੁੰਚਦੇ ਨੇ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਉਮੀਦ ਰੱਖਦੇ ਨੇ ਕਿ ਉਹਨਾਂ ਨੂੰ ਇੱਕ ਚੰਗਾ ਤੇ ਤਾਜ਼ਾ ਭੋਜਨ ਮਿਲੇ, ਪਰ ਅਜਿਹਾ ਨਹੀਂ ਹੁੰਦਾ, ਜਿਸ ਕਰਕੇ ਨਾਰਾਜ਼ਗੀ ਦਾ ਪ੍ਰਗਟਾਵਾ ਉਹਨਾਂ ਨੇ ਕੀਤਾ ਹੈ। ਇਸ ਨਾਲ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਹੈ ਕਿ ਐਸਟਰਾਜ਼ੈਨੇਕਾ ਦਾ ਟੀਕਾ ਜਿਵੇਂ ਕਿ ਲੱਗਣ ਤੋਂ ਬਾਅਦ ਬਲੱਡ ਕਲੌਟ ਬਣਨ ਦੇ ਮਾਮਲੇ ਯੂਰਪ ਤੋਂ ਕਾਫੀ ਜ਼ਿਆਦਾ ਸਾਹਮਣੇ ਆਏ ਤਾਂ ਉਸ ਤੋਂ ਬਾਅਦ ਕੈਨੇਡਾ ਵਿੱਚ ਹੁਣ ਦੂਜਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਪਹਿਲਾ ਮਾਮਲਾ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ। ਐਸਟਰਾਜ਼ੈਨੇਕਾ ਦਾ ਟੀਕਾ ਜਿਸ ਵਿਅਕਤੀ ਦੇ ਲੱਗਿਆ ਹੋਇਆ ਸੀ, ਐਲਬਰਟਾ ਤੋਂ ਹੁਣ ਨਵਾਂ ਮਾਮਲਾ ਸਾਹਮਣੇ ਆਇਆ। ਐਲਬਰਟਾ ਤੋਂ ਚੀਫ ਮੈਡੀਕਲ ਆਫੀਸਰ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਕਸਫੋਰਡ ਐਸਟਰਾਜ਼ੈਨੇਕਾ ਟੀਕਾ ਲੱਗਣ ਤੋਂ ਬਾਅਦ ਇੱਕ ਵਿਅਕਤੀ ਦੇ ਰੇਅਰ ਬਲੱਡ ਕਲੌਟ ਦਾ ਮਾਮਲਾ ਉੱਥੇ ਤੋਂ ਵੀ ਸਾਹਮਣੇ ਆ ਗਿਆ ਹੈ। ਕੈਨੇਡਾ ਵਿੱਚ ਇਹ ਦੂਜਾ ਮਾਮਲਾ ਸਾਹਮਣੇ ਆ ਚੁੱਕਿਆ ਹੈ, ਜਿਸ ਦੇ ਵਿੱਚ ਡਾਕਟਰ ਡੀਨਾ ਹਿੰਸ਼ੋ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਪੁਰਸ਼ ਮਰੀਜ਼ ਸੀ ਜਿਸ ਦੀ ਉਮਰ 60 ਸਾਲ ਦੇ ਕਰੀਬ ਸੀ ਤੇ ਉਸ ਦਾ ਹੁਣ ਇਲਾਜ ਚੱਲ ਰਿਹਾ ਹੈ, ਜਿਸ ਦੇ ਵਿੱਚ ਇਹ ਪੁਸ਼ਟੀ ਕੀਤੀ ਗਈ ਹੈ ਕਿ ਬਲੱਡ ਕਲੌਟ ਬਣਨ ਦਾ ਇਸ ਟੀਕੇ ਦੇ ਲੱਗਣ ਤੋਂ ਬਾਅਦ ਕੈਨੇਡਾ ਵਿੱਚ ਦੂਜਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਜੋ ਇਹ ਡਿਸਆਰਡਰ ਹੈ, ਇਸ ਦਾ ਨਾਮ VITT ਹੈ, ਵੈਕਸੀਨ ਇੰਡਿਊਸਡ ਇਮਿਊਨ ਥ੍ਰੋਮਬੋਟਿਕ ਥ੍ਰੋਮਬੋਸਾਈਟੋਪੀਨੀਆ, ਜਿਸ ਦੇ ਨਾਲ ਇਹ ਮਾਮਲੇ ਸਾਹਮਣੇ ਆਉਂਦੇ ਨੇ। ਜਿਸ ਦੇ ਵਿੱਚ ਇੱਥੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਭਰ ਵਿੱਚ ਹੁਣ ਤੱਕ 7 ਲੱਖ ਤੋਂ ਵੱਧ ਡੋਜ਼ਿਸ ਐਸਟਰਾਜ਼ੈਨੇਕਾ ਟੀਕੇ ਦੀਆਂ ਲੱਗ ਚੁੱਕੀਆਂ ਨੇ। ਪਰ ਇਸ ਦੌਰਾਨ ਐਲਬਰਟਾ ਤੋਂ ਚੀਫ ਮੈਡੀਕਲ ਆਫੀਸਰ ਨੇ ਕਿਹਾ ਕਿ ਫਿਰ ਵੀ ਐਸਟਰਾਜ਼ੈਨੇਕਾ ਦਾ ਟੀਕਾ ਲੱਗਣਾ ਜਾਰੀ ਰਹੇਗਾ ਉਹਨਾਂ ਦੇ ਜਿਨ੍ਹਾਂ ਦੀ ਉਮਰ 55 ਸਾਲ ਜਾਂ ਇਸ ਤੋਂ ਜ਼ਿਆਦਾ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਇਸ ਨੂੰ ਲੈ ਕੇ ਹਜੇ ਵੀ ਰਿਸਕ ਕਿਸੇ ਵੀ ਗੱਲ ਦਾ ਨਹੀਂ ਦੱਸਿਆ ਗਿਆ। ਇਸ ਦੌਰਾਨ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜੇਕਰ ਗਲੋਬਲ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ 1 ਲੱਖ ਤੋਂ 2.5 ਲੱਖ ਡੋਜ਼ਿਸ ਇਸ ਟੀਕੇ ਦੀਆਂ ਲੱਗਣ ਤੋਂ ਬਾਅਦ ਔਸਤਨ ਇੱਕ ਮਾਮਲਾ ਬਲੱਡ ਕਲੌਟ ਬਣਨ ਦਾ ਸਾਹਮਣੇ ਆਉਂਦਾ ਹੈ। ਪਰ ਜੇਕਰ ਕੋਵਿਡ-19 ਦੇ ਕਰਕੇ ਮੌਤਾਂ ਦੀ ਗਿਣਤੀ ਦੇਖੀਏ ਤਾਂ 200 ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਔਸਤਨ, ਉਹ ਵੀ ਉਹ ਜਿਨ੍ਹਾਂ ਦੀ 55 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਹੋਵੇ, ਜਿਸ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਐਸਟਰਾਜ਼ੈਨੇਕਾ ਦੇ ਟੀਕੇ ਫਿਰ ਵੀ ਲੋਕਾਂ ਦੇ ਵੱਲੋਂ ਲਗਾਉਣੇ ਜਾਰੀ ਰੱਖੇ ਜਾਣ। ਇਸ ਤਰ੍ਹਾਂ ਲਈ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।